ਸਾਨੂੰ ਤਾਂ ਪਲੀਜ਼ ਕਰੋ, ਅਸੀਂ ਤਕਰੀਬਨ ਅੱਧਾ ਘੰਟਾ ਹੋ ਗਿਆ ਸਰ। ਸੌਰੀ ਸਰ, ਆਮ ਸੋ ਸੌਰੀ, ਮਾਫੀ ਚਾਹੁੰਦਾ ਤੁਹਾਡੇ ਤੋਂ। ਡੋਂਟ ਬੀ ਸੌਰੀ, ਕੋਈ ਇਸ਼ੂ ਨਹੀਂ ਪਰ ਹੈ। ਤੁਹਾਨੂੰ ਛਡਵਾਉਣੇ ਵੈਸੇ ਤਾਂ ਅਸੀਂ ਇੱਥੇ ਹੀ ਇੰਪਾਊਂਡ ਕਰਨੀ ਹੈ, ਪਰ ਤੁਹਾਡੇ ਕਰਕੇ ਇਹਨੂੰ ਬੱਸ ਨੂੰ ਉੱਥੇ ਛੱਡਾ ਕੇ ਆਉਣਾ। ਸਹੀ ਕਰਾ ਦਿਓ। ਅਹਿਮਦ ਸ਼ਾਹ ਅਬਦਾਲੀ ਜੀ ਦੀ ਸਰਕਾਰ ਦੇ, ਯਾਨੀ ਕਿ ਰਾਜ ਨਹੀਂ ਸੇਵਾ ਕਰਨ ਵਾਲੇ ਉਹਨਾਂ ਮਾਫੀਏ ਦੇ, ਜਿਹੜੇ ਅੱਜ ਕੱਲ੍ਹ ਲੋਕਾਂ ਨੂੰ ਫੁੱਟਬਾਲ ਖੇਡ ਕੇ ਭਰਮਾ ਰਹੇ ਨੇ, ਆਦਮੀਆਂ ਸੁਖਬੀਰ ਸਿੰਘ ਬਾਦਲ ਸਾਹਿਬ। ਕੇਵਲ ਤੇ ਕੇਵਲ ਸੁਖਬੀਰ ਸਿੰਘ ਬਾਦਲ ਕਰਕੇ 14.5 ਸਾਲ ਸਾਡਾ ਇਹ ਰੈਵਨਿਊ ਲਾਸਿਸ ਹੋਇਆ। ਕਿਉਂ? ਤੁਸੀਂ ਹੁਣ ਕਹੋਗੇ ਕਿ 10 ਸਾਲ ਤਾਂ ਉਹਨਾਂ ਦੀ ਸਰਕਾਰ ਸੀ, ਸਾਡੇ 4 ਸਾਲ ਥੋੜੀ ਸੀ। ਪਰ ਮੈਂ ਆਲਰੇਡੀ ਕਹਿ ਚੁੱਕਿਆ ਕਿ ਕੰਪਰੋਮਾਈਜ਼ ਚੀਫ ਮਿਨਿਸਟਰ ਸੀਗਾ, ਉਹ ਵੀ ਚਾਚਾ ਭਤੀਜੇ ਨਾਲ ਮਿਲਿਆ ਹੋਇਆ ਸੀਗਾ। ਅੱਜ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਅਕਤੂਬਰ ਮਹੀਨੇ ਦੇ ਵਿੱਚ ਅਸੀਂ 304 ਬੱਸਾਂ ਇਲੀਗਲ ਇੰਪਾਊਂਡ ਕੀਤੀ ਤੇ ਤਕਰੀਬਨ ਜੇ 24,000 ਮੈਂ ਬੰਦਾ ਬੱਸ ਖਰੀਦਾ ਤੇ ਮੈਨੂੰ ਡਰਾਈਵਰ ਕੰਡਕਟਰ ਵੀ ਚਾਹੀਦਾ ਜੀ, ਤੇ 50,000 ਬੰਦੇ ਨੂੰ ਮੈਂ ਰੋਜ਼ਗਾਰ ਦੇ ਸਕਦਾ ਸੀ ਸਿੱਧਾ 50,000। ਠੀਕ ਆ, ਅੱਜ ਕਹਿ ਦਿੰਦੇ ਆ, ਕਈ ਕਹਿ ਦਿੰਦੇ ਆ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਆਪਾਂ ਤਾਂ ਦੇਖ ਲਓ ਜੀ, ਮੈਨੂੰ ਲੱਗਦਾ ਖਜ਼ਾਨਾ ਖਾਲੀ ਕੀਤਾ ਜਾਂਦਾ। ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਲਗਾਤਾਰ ਐਕਸ਼ਨ ਵਿੱਚ ਨੇ। ਰਾਜਾ ਵੜਿੰਗ ਨੇ ਅੱਜ ਤੜਕੇ ਹੀ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਕਰੀਬ 3 ਬੱਸਾਂ ਨੂੰ ਇੰਪਾਊਂਡ ਕੀਤਾ ਹੈ। ਉਧਰ ਇਸ ਐਕਸ਼ਨ ਤੋਂ ਬਾਅਦ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਕਰਕੇ ਟਰਾਂਸਪੋਰਟ ਮਾਫੀਆ ਬਾਰੇ ਵੱਡੇ ਖੁਲਾਸੇ ਕੀਤੇ ਨੇ। ਰਾਜਾ ਵੜਿੰਗ ਨੇ ਕਿਹਾ ਕਿ ਟਰਾਂਸਪੋਰਟ ਮਾਫੀਏ ਕਾਰਨ ਟਰਾਂਸਪੋਰਟ ਮਹਿਕਮੇ ਨੂੰ ਵੱਡਾ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਟਰਾਂਸਪੋਰਟ ਮਹਿਕਮੇ ਵੱਲੋਂ ਅਕਤੂਬਰ ਮਹੀਨੇ 'ਚ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਕਰੀਬ 304 ਬੱਸਾਂ ਨੂੰ ਇੰਪਾਊਂਡ ਕੀਤਾ ਗਿਆ, ਜਿਸ ਨਾਲ ਇੱਕ ਮਹੀਨੇ ਵਿੱਚ ਮਹਿਕਮੇ ਨੂੰ 31 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਆਮਦਨ ਹੋਈ ਹੈ। ਤੁਹਾਨੂੰ ਪਤਾ ਹੀ ਹੈ ਕਿ ਸਾਰਿਆਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਨਾਮ ਠੀਕ ਸੁਣਿਆ ਹੋਣਾ ਹੈ। ਅਹਿਮਦ ਸ਼ਾਹ ਅਬਦਾਲੀ ਦਾ ਨਾਮ ਸੁਣਿਆ ਹੋਣਾ ਹੈ ਸਾਰਿਆਂ ਨੇ, ਜਿਨ੍ਹਾਂ ਨੇ ਪੰਜਾਬ ਨੂੰ 7 ਵਾਰ ਲੁੱਟਿਆ। ਲੇਕਿਨ ਮੈਨੂੰ ਲੱਗਦਾ ਕਿ ਅੱਜ ਜੇ ਅਹਿਮਦ ਸ਼ਾਹ ਅਬਦਾਲੀ ਜਿੰਦਾ ਹੁੰਦੇ ਤਾਂ ਉਹਨੂੰ ਵੀ ਜਿਹੜੀ ਆਹ ਲੁੱਟ ਹੈ ਮਾਫੀਆ ਦੇ ਵਿੱਚ ਹੋਈ, ਟਰਾਂਸਪੋਰਟ ਮਾਫੀਆ, ਕਿਤੇ ਨਾ ਕਿਤੇ ਉਹਨਾਂ ਨੇ ਵੀ ਸ਼ਰਮ ਮਹਿਸੂਸ ਕਰਨੀ ਸੀ ਕਿ ਇਹ ਤਾਂ ਮੇਰੀ ਤਾਂ ਕੋਈ ਲੁੱਟ ਹੀ ਨਹੀਂ ਹੈ, ਜੋ ਮੇਰੇ ਤੋਂ ਵੀ ਵੱਡੇ ਇਹਨਾਂ ਅਹਿਲਕਾਰਾਂ ਨੇ। ਔਰ ਖਾਸ ਕਰਕੇ ਅਹਿਮਦ ਸ਼ਾਹ ਅਬਦਾਲੀ ਨੂੰ ਤਾਂ ਲੁੱਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਿ ਉਹ ਕਦੇ ਸੋਮਨਾਥ ਮੰਦਿਰ ਲੁੱਟਦਾ ਸੀ, ਕਦੇ ਪੰਜਾਬ ਲੁੱਟਦਾ ਸੀ, ਕਦੇ ਕੁਛ ਲੁੱਟਦਾ ਸੀ। ਲੇਕਿਨ ਜਿਨ੍ਹਾਂ ਲੋਕਾਂ ਨੂੰ ਪੰਜਾਬ ਦਾ ਰਖਵਾਲਾ ਬਣਾ ਕੇ ਭੇਜਿਆ ਗਿਆ, ਪੰਜਾਬ ਦੇ ਰਾਖੇ ਬਣਾ ਕੇ ਭੇਜਿਆ ਗਿਆ, ਜਿਨ੍ਹਾਂ ਨੇ ਨਾਰਾ ਲਾਇਆ ਸੀ ਰਾਜ ਨਹੀਂ ਸੇਵਾ ਦਾ, ਉਹਨਾਂ ਨੇ ਪੰਜਾਬ ਨੂੰ ਅਬਦਾਲੀ ਤੋਂ ਵੱਧ ਵੀ ਲੁੱਟਿਆ। ਇਹਦੇ ਮੈਂ ਤੁਹਾਨੂੰ ਅੱਜ ਅੰਕੜੇ ਤੁਹਾਨੂੰ ਪੇਸ਼ ਕਰਨਾ ਚਾਹੁੰਦਾ ਹਾਂ। ਤੇ ਹੋ ਸਕਦਾ ਹੈ ਅਹਿਮਦ ਸ਼ਾਹ ਅਬਦਾਲੀ ਇਹ ਮਹਿਸੂਸ ਕਰਦਾ ਹੋਵੇ, ਜੇ ਕਿਤੇ ਕੋਈ ਉਹਨਾਂ ਦੀ ਰੂਹ ਭਟਕਦੀ ਹੋਵੇ, ਕਿ ਮੈਨੂੰ ਤਾਂ ਪੰਜਾਬ ਆਉਣਾ ਹੀ ਨਹੀਂ ਚਾਹੀਦਾ ਸੀ, ਉੱਥੇ ਤਾਂ ਮੇਰੇ ਤੋਂ ਵੱਡੇ ਅਬਦਾਲੀ ਬੈਠੇ ਹੈ ਜੀ। ਸੋ ਅੱਜ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਅਕਤੂਬਰ ਮਹੀਨੇ ਦੇ ਵਿੱਚ ਅਸੀਂ 304 ਬੱਸਾਂ ਇਲੀਗਲ ਇੰਪਾਊਂਡ ਕੀਤੀਆਂ, ਜਿਹੜੀਆਂ ਸਮ ਆਫ ਦਾ ਬੱਸਸ ਵਿਦਆਊਟ ਟੈਕਸਿਸ, ਵਿਦਆਊਟ ਪਰਮਿਟਸ ਤੇ ਅਦਰ ਜਿਹੜੀਆਂ ਹੋਰ ਉਹਨਾਂ 'ਚ ਤਰੁੱਟੀਆਂ ਸਨ। 68 ਬੱਸਾਂ ਦੇ ਚਲਾਨ ਕੀਤੇ ਗਏ ਤੇ ਇਹਦਾ ਅਸਰ ਕੀ ਹੋਇਆ ਕਿ 7 ਕਰੋੜ ਰੁਪਇਆ ਸਾਨੂੰ ਰੈਵਨਿਊ ਟੈਕਸ ਕਲੈਕਸ਼ਨ ਦੇ ਵੱਲੋਂ ਆਇਆ। ਲੇਕਿਨ ਹਜੇ ਕਾਫੀ ਬਕਾਇਆ ਬਾਕੀ ਹੈ। ਲੇਕਿਨ 7 ਕਰੋੜ ਰੁਪਇਆ ਹੁਣ ਤੱਕ ਇੱਕ ਮਹੀਨੇ ਦੇ ਵਿੱਚ ਜਿਹੜਾ ਟੈਕਸ ਕਲੈਕਸ਼ਨ ਹੋਈ ਹੈ, ਜਿਹੜੀਆਂ ਟੈਕਸ ਡਿਫਾਲਟਰ ਬੱਸਾਂ ਸੀਗੀਆਂ, ਉਹਨਾਂ ਤੋਂ ਸਾਨੂੰ 7 ਕਰੋੜ ਰੁਪਇਆ ਆ ਚੁੱਕਿਆ ਜੀ। ਲੇਕਿਨ ਹੋਰ ਵੀ ਕਾਫੀ ਐਸੇ ਡਿਫਾਲਟਰਸ ਹੈਗੇ ਨੇ ਜਿਨ੍ਹਾਂ ਤੋਂ ਪੈਸਾ ਆਉਣਾ ਬਾਕੀ ਹੈ, ਲੇਕਿਨ 7 ਕਰੋੜ ਰੁਪਇਆ ਹੁਣ ਤੱਕ ਆਇਆ ਹੈ। ਇਸ ਦੇ ਨਾਲ ਨਾਲ ਅਗਰ ਅਸੀਂ ਗੱਲ ਕਰੀਏ ਪਨਬਸ ਤੇ PRTC ਦੀ, ਤਾਂ ਜਿਹੜਾ ਸਤੰਬਰ ਮਹੀਨਾ ਸੀਗਾ ਉਹਦੇ ਵਿੱਚ PRTC ਦੀ ਕਮਾਈ ਸਾਡੀ 39 ਕਰੋੜ ਰੁਪਇਆ
ਮਹੀਨੇ ਦੀ ਸੀ ਕਲੈਕਸ਼ਨ, ਨਾਟ ਕਮਾਈ, ਕਲੈਕਸ਼ਨ 39 CR ਤੇ ਪੰਜਾਬ ਰੋਡਵੇਜ਼ ਦੀ ਸੀ 34.15, यानी कि दोनों ਨੂੰ अगर मिला लिए तो 73 करोड़ 16 ਲੱਖ सानू एक महीने का कलैक्शन 73, PRTC 39, पंजाब रोडवेज 34.15, टोटल 73.16, यानी कि 73 करोड़ 16 ਲੱਖ एक महीने का साडी कलैक्शन हुई, रेवेन्यू आया सितंबर। ते जे मैं अक्टूबर की गल कर ला, हुण नवंबर चल रहा है, लास्ट मंथ दी तो PRTC 54 करोड़ 74, जेड़े कि 39 हुंदा सी, वो 54.74 आ गया जी। ਤੇ ਜਿਹੜਾ ਪੰਜਾਬ ਰੋਡਵੇਜ਼ ਹੁੰਦਾ ਸੀ 34.15, ਉਹ 49.57 ਹੋ ਗਿਆ ਜੀ, 49 ਕਰੋੜ 57 ਲੱਖ ਐਂਡ PRTC 54 ਕਰੋੜ 74 ਲੱਖ, ਜਾਣੀ ਕਿ 104 ਕਰੋੜ ਰੁਪਇਆ ਮਹੀਨੇ ਦਾ ਸਾਨੂੰ ਪਿਛਲੇ ਮਹੀਨੇ ਨਾਲੋਂ रेवेन्यू कलैक्शन वध हुई है, यानी कि ये तकरीबन तुसी ला लो 30 करोड़ रुपया 31 करोड़ रुपया एक महीने की साडी रेवेन्यू कलैक्शन च वाधा हो चुका है अक्टूबर, यानी कि करोड़ रुपया ऑन एन एवरेज एवरी डे, जेड़ा अज तो 20-21 दिन पहला आपां 53 लाख की फिगर दी सी तुहानू कि सानू 53 लाख रुपया मुनाफा होया है पर डे का, वो हुण वध के 1 करोड़ 1 लाख के करीब होण लग पिया जी। उन्होंने दोष लाया कि अकाली सरकार ਅਤੇ ਕੈਪਟਨ ਸਰਕਾਰ ਦੀ ਮਿਲੀ ਭੁਗਤ ਕਾਰਨ ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੂੰ 14.5 ਸਾਲਾਂ ਵਿੱਚ ਕਰੀਬ 5220 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਸ ਦੌਰਾਨ ਰਾਜਾ ਵੜਿੰਗ ਨੇ ਵਾਰ-ਵਾਰ ਗੈਰ ਕਾਨੂੰਨੀ ਤੌਰ ਤੇ ਵਧਾਏ ਗਏ ਬੱਸਾਂ ਦੇ ਰੂਟਾਂ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਵਧਾਏ ਗਏ ਰੂਟਾਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਤੇ ਅੱਜ ਹੀ ਫਾਈਨਲ ਸੁਣਵਾਈ ਵੀ ਹੋਣੀ ਹੈ। ਜੇ 1 ਕਰੋੜ ਇਨਕਰੀਜ਼ ਹੋਇਆ ਤਾਂ ਅਸੀਂ ਗੱਲ ਕਰ ਲਈਏ ਕਿ 14.5 ਸਾਲ ਪੁਰਾਣੇ 10 ਸਾਲ ਅਹਿਮਦ ਸ਼ਾਹ ਅਬਦਾਲੀ ਜੀ ਦੀ ਸਰਕਾਰ ਦੇ, ਯਾਨੀ ਕਿ ਰਾਜ ਨਹੀਂ ਸੇਵਾ ਕਰਨ ਵਾਲੇ ਉਹਨਾਂ ਮਾਫੀਏ ਦੇ, ਜਿਹੜੇ ਅੱਜ ਕੱਲ ਲੋਕਾਂ ਨੂੰ ਫੁੱਟਬਾਲ ਖੇਡ ਕੇ ਭਰਮਾ ਰਹੇ ਨੇ, ਆਦਰਨੀय ਸੁਖਬੀਰ ਸਿੰਘ ਬਾਦਲ ਸਾਹਿਬ, ਕੇਵਲ ਤੇ ਕੇਵਲ ਸੁਖਬੀਰ ਸਿੰਘ ਬਾਦਲ ਕਰਕੇ 14.5 ਸਾਲ साडा ये रेवेन्यू लॉसेस होया। क्यों? तुसी हुण कहोगे कि 10 साल तो उन्हां दी सरकार सी, 4.5 साल थोड़ी सी, पर मैं ऑलरेडी कह चुकिया कि कंप्रोमाइज चीफ मिनिस्टर सीगा, वो भी चाचा भतीजे नाल मिलिया हुआ सीगा, इसे करके उन्होंने 14.5 साल ही मैं कह रहा, नहीं तो 4.5 साल साडी कांग्रेस दे जिहड़े मैं ना गिनाउंदा। ते 14.5 सालां च जे दिन गिन लईए जनाब ते 5220 दिन बनते है जी, 5220 14.5 साल च 5220 दिन हो गए। ते जे 5220 दिनां च 1-1 करोड़ रुपया रोजाना आउंदा, जिहड़ा कि तुहानू करके दिखाया है, ऑन प्रैक्टिकल ऑन ग्राउंड करके दिखाया है, ये 5200 करोड़ रुपए का रेवेन्यू लॉस PRTC ते पनबस नू होया है। नहीं समझे? 5200 करोड़ का 14.5 सालों के 5220 दिन ने, ते 5220 दिन कैलकुलेटेड वन डे टुडे इज इक्वल टू 5220 करोड़ रुपया। एक तो यह लै लो जी 5220 करोड़ रुपया। अगे आ जाओ जी, हुण आपां गल करिए इलीगल एक्सटेंशनस दी, जिहदे बारे अक्सर ही गल्लां कीतियां जांदियां। पिछे जे आम आदमी पार्टी दे एक कोई प्रवक्ता सीगे कि आई डोंट नो
ਉਹਨਾਂ ਨੇ ਵੀ ਆਵਾਜ਼ ਉਠਾਈ ਸੀ ਕਿ ਰਾਜਾ ਵਿੜਿੰਗ ਨੂੰ ਤਾਂ ਮੰਨੀਏ ਜੇ ਇਲੀਗਲ ਜਿਹੜੀਆਂ ਐਕਸਟੈਂਸ਼ਨਸ ਨੇ, ਜਿਹੜੀ ਅੱਜ ਤੋਂ 2012 ਦੇ ਵਿੱਚ ਜਸਟਿਸ ਸੂਰਿਆਕਾਂਤ ਨੇ ਮਲਟੀਪਲ ਐਕਸਟੈਂਸ਼ਨ, ਇਹ ਜੇ ਕਈਆਂ ਨੂੰ ਨਹੀਂ ਸਮਝ ਆਈ ਤਾਂ ਮੈਂ ਉਹਨਾਂ ਨੂੰ ਸਮਝਾਉਣਾ ਚਾਹਣਾ। ਲੀਗਲ ਰੂਟ ਮੰਨ ਲਓ ਕਿ ਕੋਟਪੂਰਾ ਤੋਂ ਬਾਗਾ ਪੁਰਾਣਾ ਤੱਕ ਸੀਗਾ, ਫਿਰ ਬਾਗਾ ਪੁਰਾਣਾ ਤੋਂ 24 ਕਿਲੋਮੀਟਰ ਦੀ ਐਕਸਟੈਂਸ਼ਨ ਲੈ ਕੇ ਤੁਸੀਂ ਮੋਗੇ ਜਾ ਸਕਦੇ ਸੀ। ਵਨ ਐਕਸਟੈਂਸ਼ਨ ਇਜ਼ ਲੀਗਲ। ਇਹਨਾਂ ਨੇ ਇੱਕ ਐਕਸਟੈਂਸ਼ਨ ਤੋਂ ਬਾਅਦ ਮੋਗੇ ਤੋਂ ਬਾਅਦ ਇਹ ਜਗਰਾਉਂ ਲੈ ਗਏ, ਜਗਰਾਉਂ ਤੋਂ ਬਾਅਦ ਫਿਰ ਇਹ ਅੱਗੇ ਸਮਰਾਲੇ, ਉੱਥੇ ਲੁਧਿਆਣੇ ਲੈ ਗਏ, ਲੁਧਿਆਣੇ ਤੋਂ ਬਾਅਦ ਸਮਰਾਲੇ ਲੈ ਗਏ, ਸਮਰਾਲੇ ਤੋਂ ਬਾਅਦ ਮੋਰਿੰਡੇ ਲੈ ਗਏ, ਮੋਰਿੰਡੇ ਤੋਂ ਬਾਅਦ ਚੰਡੀਗੜ੍ਹ ਲੈ ਗਏ, ਇਦਾਂ ਹੀ ਅੰਮ੍ਰਿਤਸਰ ਲੈ ਗਏ, ਇਦਾਂ ਹੀ ਪਟਿਆਲੇ ਲੈ ਗਏ, ਇਦਾਂ ਹੀ ਮੁਕਤਸਰ ਚੱਲ ਕੇ ਲੁਧਿਆਣੇ ਲੈ ਗਏ, ਇਦਾਂ ਹੀ ਹਬੋਰੋਂ ਚੱਲ ਕੇ ਅੰਮ੍ਰਿਤਸਰ ਚਲੇ ਗਏ। ਸੋ ਜਸਟਿਸ ਸੂਰਿਆਕਾਂਤ ਨੇ ਆਪਦੀ ਜੱਜਮੈਂਟ 'ਚ ਕਿਹਾ ਕਿ ਮਲਟੀਪਲ ਇਲੀਗਲ ਐਕਸਟੈਂਸ਼ਨ ਜਿਹੜੀਆਂ ਹੈਗੀਆਂ ਇਹ ਇਮੀਡੀਏਟਲੀ ਰੱਦ ਹੋਣੀਆਂ ਚਾਹੀਦੀਆਂ ਨੇ, ਜਿਹੜਾ ਵਾਰ-ਵਾਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠਿਆ ਤੇ ਕਈ ਵਾਰੀ ਸਾਡੇ ਕੰਪਰੋਮਾਈਜ਼ ਚੀਫ ਮਿਨਿਸਟਰ ਨੇ ਫਲੋਰ ਆਫ ਦੀ ਹਾਊਸ ਵੀ ਕਿਹਾ ਕਿ ਇਹ 15 ਦਿਨਾਂ ਦੇ ਵਿੱਚ ਜੋ ਜਸਟਿਸ ਸੂਰਿਆਕਾਂਤ ਦਾ ਹੁਕਮ ਹੈ ਆਨਰੇਬਲ ਹਾਈ ਕੋਰਟ ਦਾ, ਉਹਨੂੰ ਲਾਗੂ ਕਰ ਦਿੱਤਾ ਜਾਏਗਾ। ਔਰ 2012 ਚ ਜੀ 2012 ਚ ਇਹ ਰਹੀ ਤਾਂ ਮਾਫੀਆ ਦੀ ਗੱਲ ਉੱਠਦੀ ਰਹੀ ਨਾ ਜੀ। ਫਿਰ ਇਹ ਸੁਪਰੀਮ ਕੋਰਟ ਚਲੇ ਗਏ ਪਾਰਟੀਆਂ, ਫਿਰ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਫੈਸਲੇ ਤੇ ਮੋਹਰ ਲਾਤੀ ਔਰ ਇਸ ਦੇ ਬਾਵਜੂਦ ਵੀ ਕਿੰਤੂ ਪ੍ਰੰਤੂ ਕਦੇ ਨੋਟਿਸਸ ਫਲਾਂ ਇਹ ਉਹ ਪਿੱਛੇ ਜੇ ਮਾਨਯੋਗ ਹਾਈ ਕੋਰਟ 'ਚ ਇਹਨਾਂ ਨੇ ਪਟੀਸ਼ਨ ਪਾਈ ਸੀ, ਉਹਦੇ 'ਚ 38 ਪਟੀਸ਼ਨਰ ਸੀਗੇ 38। ਫਿਰ ਉਹਨਾਂ ਨੇ ਪਟੀਸ਼ਨ ਆਪਦੀ ਵਾਪਸ ਲੈ ਲਈ ਜਦੋਂ ਹਾਈ ਕੋਰਟ ਦੇ ਫੈਸਲੇ ਪਹਿਲਾਂ ਕਿ ਅਸੀਂ ਪਟੀਸ਼ਨ ਵਾਪਸ ਲੈ ਲੈਨੇ ਆ, ਲੇਕਿਨ ਸਾਡਾ ਪਟੀਸ਼ਨ ਉਹਨਾਂ ਨੇ ਵਾਪਸ ਲਈ ਤੇ ਹਾਈ ਕੋਰਟ ਨੇ ਐਸਟੀਸੀ ਸਾਹਿਬ ਨੂੰ ਹਦਾਇਤ ਦਿੱਤੀ ਕਿ ਤੁਸੀਂ ਇਹਦੇ ਤੇ ਆਰਡਰ ਪਾਸ ਕਰੋ, ਸਪੀਕਿੰਗ ਆਰਡਰ। ਸੋ ਮੇਰਾ ਖਿਆਲ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਦੇ ਹੋਏ ਐਸਟੀਸੀ ਸਾਹਿਬ ਨੇ ਆਪਦੇ ਸਪੀਕਿੰਗ ਆਰਡਰ ਪਾਸ ਕੀਤੇ ਤੇ 1 ਲੱਖ ਕਿਲੋਮੀਟਰ, ਇਹ 1 ਲੱਖ ਕਿਲੋਮੀਟਰ ਦਾ ਮਸਲਾ ਹੈ ਜੀ। ਇਲੀਗਲ ਐਕਸਟੈਂਸ਼ਨ 1 ਲੱਖ ਕਿਲੋਮੀਟਰ ਦੀਆਂ ਹੈਗੀਆਂ ਤੇ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਉਹ ਸਾਰੇ ਪਰਮਿਟਸ ਨੂੰ, ਜਿਹਦੇ ਵਿੱਚੋਂ 680 ਦੇ ਕਰੀਬ ਪਰਮਿਟਸ ਹੈਗੇ ਨੇ ਜਿਹੜੇ ਉਹ ਕੈਂਸਲ ਕਰ ਦਿੱਤੇ ਗਏ। ਉਹਨਾਂ ਵਿੱਚੋਂ ਹੁਣ ਜਿਹੜੇ ਕੁਝ ਕੇਸਿਸ ਤੇ ਕੁਝ ਲੋਕਾਂ ਨੇ ਪਹਿਲਾਂ ਹਾਈ ਕੋਰਟ 'ਚ ਗਏ, ਹਾਈ ਕੋਰਟ ਨੇ ਉਹਨਾਂ ਦੀ ਅਪੀਲ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਪੀਲ ਕਰਨ ਦੀ ਸਟਾਰਟ 'ਚ ਜਾਓ ਤੇ ਉੱਥੇ ਤੁਸੀਂ ਅਪੀਲ ਕਰ ਸਕਦੇ ਹੋ। ਹੁਣ ਉਹ ਸਾਡਾ ਇੱਕ ਟ੍ਰਿਬਿਊਨਲ ਸਟਾਰਟ ਹੈਗਾ ਜਿੱਥੇ ਸੈਸ਼ਨ ਜੱਜ ਉਹਦੇ ਹੈਡ ਕਰਦੇ ਨੇ, ਉੱਥੇ ਗਏ ਸੀ। ਉਹਦੇ ਤੇ ਉਹਨਾਂ ਨੂੰ ਸਟੇ ਮਿਲਿਆ 10 ਤਰੀਕ ਤੱਕ। ਅੱਜ ਉਹਦੀ ਫਾਈਨਲ ਸੁਣਵਾਈ ਵੀ ਹੈ ਐਂਡ ਕੁਝ ਪਟੀਸ਼ਨਰ ਉਸ ਤੋਂ ਬਾਅਦ ਵੀ ਗਏ, ਲੇਕਿਨ ਕੁਝ ਪਟੀਸ਼ਨਰ ਜਿਨ੍ਹਾਂ ਦੇ ਅਸੀਂ ਕੈਂਸਲ ਕਰ ਦਿੱਤੇ ਗਏ ਉਹ ਸਾਡੇ ਆਰਟੀਏ ਸਾਹਿਬਾਨਾਂ ਕੋਲੇ ਚਲੇ ਗਏ ਕਿ ਸਾਡਾ ਜਿਹੜਾ ਓਰੀਜਨਲ ਰੂਟ ਹੈ ਉਹ ਸਾਡਾ ਰੱਖ ਲਿਆ ਜਾਵੇ, ਉਹ ਅਸੀਂ ਅਪਲਾਈ ਕਰ ਦਿੰਦੇ ਹਾਂ। ਜਿਹੜਾ ਪਹਿਲਾਂ ਸੀਗਾ ਜਿਹੜੀ ਮਲਟੀਪਲ ਐਕਸਟੈਂਸ਼ਨ ਉਹ ਸਾਡੀ ਕੱਟ ਦਿੱਤੀ ਜਾਵੇ। ਸੋ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ। ਰਾਜਾ ਵੜਿੰਗ ਨੇ ਕਿਹਾ ਕਿ ਭਾਵੇਂ ਕਿ ਅਦਾਲਤ ਨੇ ਇਹਨਾਂ ਵਧਾਏ ਗਏ ਰੂਟਾਂ ਨੂੰ ਪਹਿਲਾਂ ਹੀ ਰੱਦ ਕਰਨ ਦੇ ਹੁਕਮ ਦੇ ਦਿੱਤੇ ਸੀ, ਪਰ ਹਾਲੇ ਤੱਕ ਵੀ ਇਹਨਾਂ ਰੂਟਾਂ ਨੂੰ ਅਕਾਲੀ ਦਲ ਅਤੇ ਕੈਪਟਨ ਦੀ ਮਿਲੀ ਭੁਗਤ ਕਾਰਨ ਰੱਦ ਨਹੀਂ ਕੀਤਾ ਗਿਆ, ਜਿਸ ਕਾਰਨ ਮਹਿਕਮੇ ਨੂੰ 9 ਸਾਲਾਂ ਵਿੱਚ ਹੁਣ ਤੱਕ ਕਰੀਬ 1380 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਅਤੇ ਕੁੱਲ ਘਾਟਾ ਕਰੀਬ 6600 ਰੁਪਏ ਕਰੋੜ ਚਲਾ ਗਿਆ ਹੈ। ਰਾਜਾ ਵੜਿੰਗ ਨੇ ਇਸ ਘਾਟੇ ਦਾ ਸਿੱਧਾ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਦੱਸਿਆ ਹੈ। ਰਾਜਾ ਵੜਿੰਗ ਨੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਵਾਰ-ਵਾਰ ਅਹਿਮਦ ਸ਼ਾਹ ਅਬਦਾਲੀ ਕਹਿ ਕੇ ਵੀ ਸੰਬੋਧਨ ਕੀਤਾ ਹੈ। ਅਕਤੂਬਰ ਮਹੀਨੇ ਦੀ ਅਸੀਂ ਐਵਰੇਜ ਕਰ ਲਈਏ ਤਾਂ PRTC 45 ਰੁਪਏ 25 ਪੈਸੇ रेवेन्यू है जी और पर किलोमीटर 45 रुपए 25 पैसे PRTC ਦਾ।
ਤੇ ਪੰਜਾਬ ਰੋਡਵੇਜ਼ ਦਾ ਰੈਵਨਿਊ ਹੈ ਜੀ 38 ਰੁਪਏ 10 ਪੈਸੇ ਪਰ ਕਿਲੋਮੀਟਰ। ਇਹ ਲੱਖ ਕਿਲੋਮੀਟਰ ਦੀ ਗੱਲ ਕਰ ਰਿਹਾ ਮੈਂ, ਪਰ ਮੈਂ ਅੱਜ ਦੀ ਐਵਰੇਜ ਮੁਤਾਬਕ PRTC 45.25 ਕਮਾਈ ਰੈਵਨਿਊ ਹੋ ਰਿਹਾ ਹੈ ਤੇ ਪੰਜਾਬ ਰੋਡਵੇਜ਼ ਨੂੰ 38.10 ਹੋ ਰਿਹਾ ਹੈ। ਜਾਨੀ ਕਿ ਜੇ ਔਨ ਐਨ ਐਵਰੇਜ ਆਪਾਂ ਇਹਨਾਂ ਨੂੰ ਕੱਢ ਲਈਏ ਤਾਂ 42 ਰੁਪਏ ਸਾਨੂੰ ਪਰ ਕਿਲੋਮੀਟਰ ਲਾਸ ਅੱਜ ਅਸੀਂ ਡਿਕਲੇਅਰ ਕਰ ਸਕਦੇ ਹਾਂ ਲੱਖ ਕਿਲੋਮੀਟਰ ਨੂੰ। ਸੋ ਲੱਖ ਕਿਲੋਮੀਟਰ ਇਜ਼ ਇਕੁਅਲ ਟੂ 42 ਰੁਪਏ, ਜਾਨੀ ਕਿ 9 ਸਾਲਾਂ ਦੇ ਵਿੱਚ 42 ਲੱਖ ਹੋ ਗਿਆ ਜੀ ਇਹ ਜੇ ਡੇਲੀ ਦਾ 42 ਲੱਖ। ਤੇ ਅਗਰ 9 ਸਾਲ ਹੋ ਗਏ ਇਸ ਜੱਜਮੈਂਟ ਨੂੰ ਜਿਹੜੀ ਲਾਗੂ ਨਹੀਂ ਕੀਤੀ ਗਈ 2012 ਤੋਂ ਲੈ ਕੇ ਟਿਲ ਟੁਡੇ, ਇਹ 3285 ਦਿਨ ਬਣ ਗਏ ਜੀ ਜਿਹੜੀ ਜੱਜਮੈਂਟ ਜੱਜ ਸਾਹਿਬ ਦੇ ਹੁਕਮਾਂ ਤੋਂ ਬਾਅਦ ਇਹ ਲਾਗੂ ਕਰਨੀ ਸੀ, ਉਹ ਲਾਗੂ ਨਹੀਂ ਹੋਈ ਤੇ 9 ਸਾਲਾਂ ਬਾਅਦ ਇਹ ਲਾਗੂ ਹੋਈ ਤੇ 9 ਸਾਲਾਂ ਚ 3285 ਦਿਨ ਪੈ ਗਏ ਤੇ ਜੇ 3285 ਦਿਨਾਂ ਨੂੰ ਅਸੀਂ 9 ਸਾਲਾਂ ਨਾਲ 42 ਰੁਪਏ ਨਾਲ ਗੁਣਾ ਕਰਾਂਗੇ ਜਿਹੜਾ ਸਾਨੂੰ ਰੈਵਨਿਊ ਲਾਸ ਹੁੰਦਾ ਰਿਹਾ ਇੱਕ ਦਿਨ ਦਾ ਪਰ ਕਿਲੋਮੀਟਰ ਦਾ, ਇਹ 1380 ਕਰੋੜ ਬਣ ਜਾਣਗੇ ਜੀ। ਸਮਝ ਆਈ ਜੀ? ਟੋਟਲ ਪਰ ਡੇ ਤਾਂ ਸਾਨੂੰ ਜੀ 42 ਲੱਖ ਕਿਲੋਮੀਟਰ ਤੇ 42 ਲੱਖ ਰੁਪਏ ਦਾ ਘਾਟਾ ਹੋ ਰਿਹਾ ਨਾ ਜੀ ਪਰ ਡੇ। ਸਾਡੀ ਕਮਾਈ ਰੈਵਨਿਊ ਜਿਹੜਾ ਹੈ ਉਹ 42 ਰੁਪਏ ਔਨ ਐਨ ਐਵਰੇਜ ਪਰ ਕਿਲੋਮੀਟਰ ਹੈ ਜੀ, 42 ਰੁਪਏ ਤੇ ਲੱਖ ਕਿਲੋਮੀਟਰ ਇਲੀਗਲ ਗੱਡੀਆਂ ਚੱਲ ਰਹੀਆਂ ਪਰ ਡੇ 42 ਲੱਖ ਹੋ ਗਿਆ। ਜੇ 42 ਲੱਖ ਜੇ ਉਹ 42 ਲੱਖ ਰੁਪਏ ਨੂੰ ਸਾਡੇ 900 ਜਿਹੜੇ 3285 ਦਿਨਾਂ ਨਾਲ ਗਿਣਾਂਗੇ 9 ਸਾਲਾਂ ਨਾਲ ਤਾਂ ਫੇਰ ਆ ਜਾਏਗਾ 1380 ਕਰੋੜ। ਐਂਡ ਇਫ ਯੂ ਕੈਲਕੂਲੇਟ ਕਿ ਉਹ ਜਿਹੜਾ 5220 ਕਰੋੜ ਰੁਪਇਆ ਸੀ ਤੇ ਉਹਨੂੰ 1380 5220 ਪਹਿਲਾਂ ਤੁਹਾਨੂੰ ਦੱਸਿਆ ਤੇ 1380 ਇਹ ਦੱਸਿਆ, ਇਹ ਟੋਟਲ 6600 ਕਰੋੜ ਰੁਪਇਆ ਹੋ ਗਿਆ ਜੀ। ਇਹਦੇ ਚ ਮੈਂ ਹਜੇ ਅਹਿਮਦ ਸ਼ਾਹ ਅਬਦਾਲੀ ਦੀ ਕਮਾਈ ਦੀ ਗੱਲ ਨਹੀਂ ਕੀਤੀ ਕਿ ਉਹਨੇ ਹੋਰ ਕੀ ਕੀਤਾ, ਇਹ ਤਾਂ ਮੈਂ ਕਹਿ ਰਿਹਾ ਕਿ ਸਿੱਧਾ ਤੇ ਸਿੱਧਾ 6600 ਕਰੋੜ ਰੁਪਏ ਦਾ ਹੁਣ ਤੱਕ ਚੂਨਾ ਰਾਜਨੀ ਸੇਵਾ ਕਰਨ ਵਾਲਿਆਂ ਨੇ ਪੰਜਾਬ ਨੂੰ ਲਾ ਦਿੱਤਾ ਹੈ, ਜਿਹੜੇ ਦੁਬਾਰਾ ਰਾਜ ਦੀ ਕਲਪਨਾ ਕਰ ਰਹੇ ਨੇ। ਰਾਜਾ ਵੜਿੰਗ ਨੇ ਇਸ ਦੌਰਾਨ ਮਨਪ੍ਰੀਤ ਬਾਦਲ ਦੇ ਖਜ਼ਾਨਾ ਖਾਲੀ ਵਾਲੇ ਬਿਆਨ ਤੇ ਵੀ ਤੰਜ ਕੱਸੇ ਨੇ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਹੈ ਪਰ ਇਸ ਨੂੰ ਖਾਲੀ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਕੋਲ 6600 ਕਰੋੜ ਰੁਪਇਆ ਆਉਂਦਾ ਤਾਂ ਉਹ ਹੁਣ ਤੱਕ ਰੋਡਵੇਜ ਵਿੱਚ 24000 ਨਵੀਆਂ ਬੱਸਾਂ ਸਣੇ 50000 ਨੌਜਵਾਨਾਂ ਨੂੰ ਨੌਕਰੀ ਦੇ ਸਕਦੇ ਸੀ। ਇਸ ਦੌਰਾਨ ਰਾਜਾ ਵੜਿੰਗ ਨੇ ਪਿਛਲੇ 14.5 ਸਾਲਾਂ ਦੌਰਾਨ ਟਰਾਂਸਪੋਰਟ ਮਹਿਕਮੇ ਵਿੱਚ ਹੋਏ ਇਹਨਾਂ ਘਪਲਿਆਂ ਦੀ ਜਾਂਚ ਕਰਵਾਉਣ ਦੀ ਗੱਲ ਵੀ ਆਖੀ ਹੈ। ਤੇ ਜੇ ਜਨਾਬ ਅਸੀਂ ਹੁਣ ਅਗਲੀ, ਕਿਉਂਕਿ ਇਹ ਕੈਲਕੂਲੇਸ਼ਨ ਦੇਣੀ ਤੁਹਾਨੂੰ ਬੜੀ ਜ਼ਰੂਰੀ ਸੀ, ਜੇ 6600 ਕਰੋੜ ਰੁਪਇਆ ਸਾਡੇ ਕੋਲੇ ਰੈਵਨਿਊ ਆ ਜਾਂਦਾ ਤਾਂ ਇਹਦੇ ਨਾਲ ਮੈਂ 27 ਲੱਖ ਰੁਪਏ ਦੀ ਅੱਜ ਇੱਕ ਬੱਸ ਦੀ ਕੀਮਤ ਹੈ ਬੋਡੀ ਲਗਾ ਕੇ, ਤੁਸੀਂ 30 ਵੀ ਲਾ ਲਓ ਹਾਇਰ ਸਾਈਡ ਦੀ ਆਰਡੀਨਰੀ ਬੱਸ ਹੈ, ਉਹਦੀ ਕੀਮਤ 27 ਲੱਖ ਰੁਪਇਆ ਚੈਸੀ ਤੋਂ ਲੈ ਕੇ ਬੋਡੀ ਕੰਪਲੀਟ ਕਰਕੇ 27 ਲੱਖ ਰੁਪਇਆ ਸਾਨੂੰ ਆ ਰਹੀ ਹੈ, ਕਿਉਂਕਿ ਅਸੀਂ 842 ਬੱਸਾਂ ਦਾ ਨਵੇਂ ਦਾ ਆਰਡਰ ਦਿੱਤਾ ਹੋਇਆ ਹੈ। ਵੱਧ ਤੋਂ ਵੱਧ ਵੀ ਲਾ ਲਓ, ਹੋਰ ਵੀ ਤੁਸੀਂ 30 ਲਾ ਲਓ, 24000 ਬੱਸ ਮੈਂ ਨਵੀਂ ਖਰੀਦ ਸਕਦਾ ਸੀ। 24000 ਬੱਸ ਇਸ 6600 ਕਰੋੜ ਰੁਪਏ ਨਾਲ ਮੈਂ ਨਵੀਂ ਖਰੀਦ ਸਕਦਾ ਸੀ। 24000 ਬੱਸ 24000 ਤੁਸੀਂ ਕਰ ਲਓ ਨਾ ਜੀ, 6600 ਕਰੋੜ ਗੁਣਾ 30 ਤਾਂ ਇਹ ਇੱਥੇ ਬਣ ਜਾਣਾ ਜੀ ਕੰਮ। ਮੈਂ ਇਹ ਕੈਲਕੂਲੇਟ ਕਰਕੇ ਆਇਆ ਤੇ ਤਕਰੀਬਨ ਜੇ 24000 ਮੈਂ ਬੰਦਾ ਬੱਸ ਖਰੀਦਾ ਤੇ ਮੈਨੂੰ ਡਰਾਈਵਰ ਕੰਡਕਟਰ ਵੀ ਚਾਹੀਦਾ ਜੀ, ਤੇ 50000 ਬੰਦੇ ਨੂੰ ਮੈਂ ਰੋਜ਼ਗਾਰ ਦੇ ਸਕਦਾ ਸੀ ਸਿੱਧਾ 50,000। ਠੀਕ ਹੈ, ਅੱਜ ਕਹਿ ਦਿੰਦੇ ਆ, ਕਈ ਕਹਿ ਦਿੰਦੇ ਆ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਆਪਾਂ ਤਾਂ ਦੇਖ ਲਓ ਜੀ, ਮੈਨੂੰ ਲੱਗਦਾ ਖਜ਼ਾਨਾ ਖਾਲੀ ਕੀਤਾ ਜਾਂਦਾ, ਖਜ਼ਾਨਾ ਖਾਲੀ ਨਹੀਂ ਹੈ। ਖਜ਼ਾਨੇ ਨੂੰ ਭਰਨ ਵਾਲਾ ਸਿਸਟਮ ਤੇ ਥੋੜਾ ਦਿਮਾਗ ਚਾਹੀਦਾ ਹੈ, ਖਜ਼ਾਨਾ ਭਰਿਆ ਜਾ ਸਕਦਾ ਹੈ। ਸੋ ਤਕਰੀਬਨ 50000 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਸਨ।
ਨਵੇਂ ਬੱਸ ਸਟੈਂਡ ਵਰਕਸ਼ਾਪ ਬਣਾ ਸਕਦੇ ਸੀ, ਇਨਫਰਾ 'ਚ ਨਵਾਂ ਸੁਧਾਰ ਲਿਆ ਸਕਦੇ ਸੀ। ਜੇ ਅੱਜ ਅਸੀਂ ਸਾਡੇ ਕੋਲੇ ਟੋਟਲ ਫਲੀਟ ਹੈ ਜੀ ਪੀਆਰਟੀਸੀ ਤੋਂ 1100 ਬੱਸਾਂ ਸਾਡੇ ਕੋਲੇ ਤੇ 1550 ਪਨ ਬੱਸ ਦੀਆਂ ਸਾਡੇ ਕੋਲੇ ਬੱਸਾਂ 2650 ਨਾਲ ਅਸੀਂ ਆਹ ਕੁਝ ਕਰ ਸਕਦੇ ਹਾਂ। ਤੇ ਜੇ 24000 ਬੱਸਾਂ ਦਾ ਫਲੀਟ ਹੁੰਦਾ ਅਸੀਂ ਕਰਦੇ ਕੀ? ਹਰ ਪਿੰਡ ਦੇ ਕਸਬੇ ਤੋਂ ਬੱਸ ਚੱਲਦੀ, ਹਰ ਪਿੰਡ ਤੋਂ ਪੀਆਰਟੀਸੀ ਤੇ ਪਨ ਬੱਸ ਚੱਲਦੀ। ਅੱਜ ਸਾਡੀਆਂ ਬੱਸਾਂ ਨਹੀਂ ਹੈ, ਬੱਸਾਂ ਕਰਕੇ ਸਾਨੂੰ ਜਿਹੜੇ ਪਰਮਿਟ ਸਰੈਂਡਰ ਕਰਨੇ ਪਏ। ਸਾਡੀਆਂ ਬੱਸਸ ਮੇਨ ਜਗ੍ਹਾ ਤੇ ਚੱਲਦੀਆਂ, ਹਾਈਵੇਜ਼ ਤੇ ਚੱਲਦੀਆਂ। ਸਾਡੇ ਕੋਲ ਜਿਹੜੇ ਛੋਟੇ ਪਿੰਡਾਂ ਦੇ ਜਾਂ ਲੋਕਲ ਰੂਟਸ ਨੇ ਉਹ ਬਹੁਤ ਘੱਟ ਨੇ। ਤੇ ਅੱਜ ਪੰਜਾਬ ਦੇ ਹਰ ਪਿੰਡ ਚੋਂ 12,000 12,500 ਦੇ ਕਰੀਬ ਪਿੰਡ ਆ, ਹਰ ਬੱਸ ਚੋਂ 2-2 ਬੱਸਾਂ ਅਸੀਂ ਨਵੀਆਂ ਚਲਾ ਸਕਦੇ ਸਾਂ। ਇਹਦਾ ਇਹ ਨੁਕਸਾਨ ਹੋਇਆ ਜੀ ਜੋ ਸਾਰੇ ਦਾ ਸਾਰਾ। ਔਰ ਮੈਂ ਤਾਂ ਉਹ ਵੱਡੇ ਲੋਕ ਨੇ, ਉਹਨਾਂ ਦੇ ਬਹੁਤ ਵੱਡੇ ਵੱਡੇ ਹੱਥ ਨੇ, ਉਹ ਕਿੱਥੇ ਕਿੱਥੇ ਮੈਨੇਜ ਕਰਦੇ ਨੇ, ਇਹ ਤੁਹਾਨੂੰ ਪਤਾ ਹੈ ਸਾਰੀ ਗੱਲ ਦਾ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਇਹਨਾਂ ਲੋਕਾਂ ਨੇ ਜਿਹੜਾ ਪੰਜਾਬ ਸਰਕਾਰ ਨੂੰ ਇੰਨਾ ਵੱਡਾ ਘਾਟਾ ਤੇ ਨੁਕਸਾਨ ਕੀਤਾ ਹੈ, ਮੈਂ ਇਹਦੇ ਬਾਰੇ ਵੀ ਇੱਕ ਰਿਪੋਰਟ ਤਿਆਰ ਕਰ ਰਿਹਾ ਹਾਂ। ਔਰ ਰਿਪੋਰਟ ਤਿਆਰ ਕਰਕੇ ਜਿਹੜੇ ਆਫੀਸਰ ਸਾਹਿਬਾਨ ਜਾਂ ਉਸ ਡਿਪਾਰਟਮੈਂਟ ਦੇ ਲੋਕ ਇਹਦੇ ਚ ਇਨਵੋਲਵ ਸਨ ਜਾਂ ਉਹ ਲੋਕ ਜਿਨ੍ਹਾਂ ਨੇ ਇਹ ਕੀਤਾ ਜਾਂ ਉਹਨਾਂ ਤੋਂ ਕਰਾਇਆ, ਉਹ ਅਸੀਂ ਜਲਦੀ ਹੀ, ਮੇਰੀ ਕੱਲ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਹੈ, ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ, ਉਹ ਅਸੀਂ ਇਨਕੁਆਇਰੀ ਅਸੀਂ ਵਿਜੀਲੈਂਸ ਨੂੰ ਜਾਂ ਸਿੱਟ ਬਣਾ ਕੇ ਹਾਇਰ ਅਥਾਰਟੀ ਨੂੰ ਦੇਣ ਵਾਲੇ ਹਾਂ, ਤਾਂ ਜੋ ਟਾਈਮ ਬਾਉਂਡ ਇਨਕੁਆਇਰੀ ਹੋ ਕੇ ਜਿਨ੍ਹਾਂ ਲੋਕਾਂ ਨੇ ਇਹ ਇਲਜ਼ਾਮ ਇੱਥੇ ਤੱਕ ਪਹੁੰਚਾਇਆ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ। ਦੱਸ ਦਈਏ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਲਗਾਤਾਰ ਗੈਰ ਕਾਨੂੰਨੀ ਬੱਸਾਂ ਖਿਲਾਫ ਮੋਰਚਾ ਖੋਲ੍ਹੀ ਹੋਏ ਨੇ। ਰਾਜਾ ਵੜਿੰਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ 'ਚ ਬੱਸਾਂ ਦੀ ਚੈਕਿੰਗ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਅੱਜ ਸਵੇਰੇ ਵੀ ਮੋਹਾਲੀ ਵਿੱਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਕੁਝ ਨਿੱਜੀ ਬੱਸਾਂ ਨੂੰ ਜ਼ਬਤ ਕੀਤਾ ਗਿਆ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।